ਪੁਰਾਣੇ ਵੇਲਿਆਂ ਦੀ ਗੱਲ ਹੈ। ਇੱਕ ਨਗਰ ਦੇ ਵਿੱਚ ਇੱਕ ਸਧਾਰਨ ਕੰਮਕਾਰ ਕਰਨ ਵਾਲਾ ਇਨਸਾਨ ਰਹਿੰਦਾ ਸੀ। ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਰ ਬਸਰ ਕਰਦਾ ਸੀ। ਇੱਕ ਦਿਨ ਮਿਹਨਤ ਕਰਕੇ ਕਿਸੇ ਰਸਤੇ ਤੋਂ ਵਾਪਸ ਤੁਰਿਆ ਆਉਂਦਾ। ਰਸਤੇ ਦੇ ਵਿੱਚ ਇੱਕ ਬਹੁਤ ਵੱਡਾ ਅਜੀਬੋ ਗਰੀਬ ਕਿਸਮ ਦਾ ਇੱਕ ਪੱਤਾ ਦੇਖਦਾ ਹੈ। ਬੜਾ ਹੈਰਾਨ ਹੁੰਦਾ। ਐਸਾ ਪੱਤਾ ਅਜੀਬੋ ਗਰੀਬ ਕਿਸਮ ਦੀ ਜਿਹਦੇ ਉੱਤੇ ਕਾਰੀਗਰੀ ਕੀਤੀ ਹੋਈ ਹੈ, ਉਸਨੇ ਸਾਰੀ ਉਮਰ ਨਹੀਂ ਦੇਖਿਆ। ਬੜਾ ਹੈਰਾਨ ਹੋਇਆ। ਉਸਨੇ ਉਹ ਪੱਤਾ ਚੁੱਕ ਲਿਆ ਤੇ ਤੁਰਿਆ ਆਉਂਦਾ। ਰਸਤੇ ਵਿੱਚ ਇੱਕ ਧਾਰਮਿਕ ਸਥਲ ਤੇ ਉਹ ਹਮੇਸ਼ਾ ਨਤਮਸਤਕ ਹੁੰਦਾ। ਉਸਦੇ ਦਿਮਾਗ ਵਿੱਚ ਆਇਆ, ਉਸਦੇ ਜ਼ਿਹਨ ਵਿੱਚ ਆਇਆ ਕਿ ਕਿਉਂ ਨਾ ਇਹ ਫੁੱਲ, ਇਹ ਪੱਤਾ ਮੈਂ ਇੱਥੇ ਧਾਰਮਿਕ ਸਥਾਨ ਤੇ ਦੇ ਆਵਾਂ, ਜਾਂ ਇੱਥੇ ਕੋਈ ਸਿਆਣਾ ਹੋਵੇਗਾ, ਇਸ ਨੂੰ ਮੈਂ ਪੁੱਛ ਲਵਾਂ ਕਿ ਭਾਈ ਇਹ ਕੀ ਚੀਜ਼ ਹੈ। ਉਸਨੇ ਆਪਣਾ ਜਿਹੜਾ ਸਮਾਨ ਲੈ ਕੇ ਆ ਰਿਹਾ ਸੀ ਮਿਹਨਤ ਮਜ਼ਦੂਰੀ ਤੋਂ, ਕਿਉਂਕਿ ਵਾਪਸ ਸੀ, ਕੁਝ ਚੀਜ਼ਾਂ ਨਾਲ ਸੀ, ਉਸਨੇ ਬਾਹਰ ਰੱਖੀਆਂ। ਅੰਦਰ ਜਾ ਕੇ ਉਹ ਨਤਮਸਤਕ ਹੋਇਆ ਤੇ ਜਿਹੜਾ ਉੱਥੇ ਇੱਕ ਸਿਆਣਾ ਪੁਰਸ਼ ਸੀ, ਉਸ ਸਥਾਨ ਦਾ ਪੁਜਾਰੀ ਸੀ, ਲੋਕਾਂ ਨੂੰ ਸਿੱਖਿਆ ਦੇਣ ਵਾਲਾ ਸੀ, ਪ੍ਰਚਾਰਕ ਸੀ, ਉਸਦੇ ਕੋਲ ਚਲਿਆ ਗਿਆ। ਜਾ ਕੇ ਉਸਨੇ ਕਿਹਾ ਕਿ ਆਹ ਭਾਈ ਸਾਹਿਬ, ਮੈਨੂੰ ਪੱਤਾ ਮਿਲਿਆ ਤੇ ਮੈਨੂੰ ਸਮਝ ਨਹੀਂ ਆਉਂਦੀ ਇਹ ਪੱਤਾ ਕਿਸ ਚੀਜ਼ ਦਾ ਹੈ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇਹ ਧਰਤੀ ਦੇ ਨਾਲ ਸੰਬੰਧਿਤ ਨਹੀਂ, ਜਾਂ ਫਿਰ ਮੇਰੀ ਸੋਝੀ ਛੁੱਟੀ ਹੈ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਐਸਾ ਪੱਤਾ ਨਹੀਂ ਦੇਖਿਆ। ਕਿਰਪਾ ਕਰਕੇ ਤੁਸੀਂ ਇਸ ਪੱਤੇ ਨੂੰ ਦੇਖੋ। ਜਿਵੇਂ ਹੀ ਪੱਤਾ ਉਸਨੇ ਉਸ ਪੁਜਾਰੀ ਦੇ ਹੱਥ ਦਿੱਤਾ, ਉਸ ਧਾਰਮਿਕ ਪੁਰਸ਼ ਦੇ ਹੱਥ ਵਿੱਚ ਦਿੱਤਾ, ਤੇ ਉਹ ਪੱਤਾ ਅਜੀਬੋ ਗਰੀਬ ਕਿਸਮ ਦੇ ਨਾਲ ਚਮਕਣ ਲੱਗਿਆ। ਇੱਕਦਮ ਜਿਵੇਂ ਸੋਨੇ ਦੇ ਵਿੱਚ ਤਬਦੀਲ ਹੋ ਗਿਆ ਹੋਵੇ। ਐਸੀ ਉਹਦੇ ਵਿੱਚੋਂ ਰੌਸ਼ਨੀ ਨਿਕਲੀ ਕਿ ਬਾਕੀ ਦੇ ਦੇਖਣ ਵਾਲੇ ਹੈਰਾਨ ਹੋ ਗਏ। ਉਸ ਪੱਤੇ ਦਾ ਚਰਚਾ ਦੂਰ ਦੂਰ ਤੱਕ ਰਾਤੋਂ ਰਾਤ ਹੋ ਗਿਆ ਕਿ ਇੱਕ ਪੱਤਾ ਉਸ ਧਾਰਮਿਕ ਅਸਥਾਨ ਤੇ ਆਇਆ ਹੈ, ਤੇ ਆਓ ਉਸ ਦੇ ਦਰਸ਼ਨ ਕਰਕੇ ਆਉਣੇ ਹਾਂ, ਦੇਖ ਕੇ ਆਉਣੇ ਹਾਂ। ਅਗਲੇ ਦਿਨ ਤੋਂ ਲੋਕਾਂ ਨੇ ਵਹੀਰਾਂ ਕੱਤ ਲਈਆਂ। ਉਸ ਅਸਥਾਨ ਤੇ ਤਾਂ ਜਿਵੇਂ ਬਹੁਤ ਜ਼ਿਆਦਾ ਮੇਲੇ ਵਰਗਾ ਭਰਾਵ ਹੋ ਗਿਆ, ਰਸ਼ ਰਹਿਣ ਲੱਗਿਆ। ਲੋਕ ਆਉਂਦੇ, ਆ ਕੇ ਮੱਥਾ ਟੇਕਦੇ। ਬਹੁਤ ਸਾਰੇ ਲੋਕ ਕਹਿੰਦੇ ਕਿ ਅਸੀਂ ਇਸ ਪੱਤੇ ਨੂੰ ਛੂਹ ਕੇ ਦੇਖਣਾ ਹੈ। ਪਹਿਲੇ ਪਹਿਲ ਤਾਂ ਉਹ ਆਨਾਕਾਨੀ ਕਰਦੇ ਰਹੇ ਕਿ ਨਹੀਂ ਭਾਈ, ਹਰ ਇੱਕ ਬੰਦਾ ਇਸ ਪੱਤੇ ਨੂੰ ਨਾ ਛੂਹੇ। ਉਸ ਤੋਂ ਬਾਅਦ ਕੁਝ ਸਿਆਣਿਆਂ ਨੇ ਉਸ ਪ੍ਰਚਾਰਕ, ਉਸ ਪੁਜਾਰੀ ਨੂੰ ਦੱਸਿਆ ਕਿ ਇਸ ਤਰ੍ਹਾਂ ਕਰੋ ਕਿ ਇੱਕ ਗੱਲ ਲੋਕਾਂ ਦੇ ਵਿੱਚ ਰੱਖ ਦਿਓ ਕਿ ਜਿਹੜਾ ਇਨਸਾਨ ਬਹੁਤ ਜ਼ਿਆਦਾ ਧਾਰਮਿਕ ਬਿਰਤੀ ਵਾਲਾ ਹੈ, ਬਹੁਤ ਜ਼ਿਆਦਾ ਪ੍ਰਮਾਤਮਾ ਦਾ ਪ੍ਰੇਮੀ ਹੈ, ਜਦੋਂ ਉਹ ਪੱਤੇ ਨੂੰ ਹੱਥ ਲਾਵੇਗਾ, ਪੱਤਾ ਉਦੋਂ ਹੀ ਚਮਕੇਗਾ। ਨਹੀਂ ਤਾਂ ਸਧਾਰਨ ਪੁਰਖਾਂ ਦੇ ਨਾਲ, ਸਧਾਰਨ ਲੋਕਾਂ ਦੇ ਹੱਥ ਲੱਗਣ ਦੇ ਨਾਲ ਪੱਤਾ ਸਧਾਰਨ ਹੀ ਰਹੇਗਾ, ਜਿਵੇਂ ਉਹ ਆਮ ਹਾਲਤ ਦੇ ਵਿੱਚ ਪਿਆ ਹੁੰਦਾ ਹੈ। ਹੁਣ ਕਈ ਆਉਣ, ਉਸ ਨੂੰ ਮੱਥਾ ਟੇਕ ਜਾਇਆ ਕਰਨ, ਡਰ ਦੇ ਹੱਥ ਨਾ ਲਾਉਣ ਕਿ ਜੇ ਇਹ ਨਾ ਚਮਕਿਆ ਤੇ ਇਸ ਤਰ੍ਹਾਂ ਸਿੱਧ ਹੋ ਜਾਵੇਗਾ ਕਿ ਸਾਨੂੰ ਪਰਮਾਤਮਾ ਪਿਆਰ ਨਹੀਂ ਕਰਦਾ। ਲੋਕ ਆਉਣ, ਮੁੜ ਜਾਇਆ ਕਰਨ। ਪਰ ਕਈ ਉਚੇਚੇ ਤੌਰ ਤੇ ਦੂਰੋਂ ਦੂਰੋਂ ਚੱਲ ਕੇ ਆਉਂਦੇ ਸੀ ਕਿ ਦੇਖ ਕੇ ਤਾਂ ਆਈਏ ਕਿ ਪਰਮਾਤਮਾ ਸਾਨੂੰ ਪਿਆਰ ਕਰਦਾ ਕਿ ਨਹੀਂ ਕਰਦਾ। ਵੱਡੇ ਵੱਡੇ ਦਾਨੀ ਲੋਕ, ਵੱਡੇ ਵੱਡੇ ਧਰਮੀ ਲੋਕ, ਰਾਜੇ ਮਹਾਰਾਜੇ, ਵੱਡੇ ਵੱਡੇ ਅਹੁਦਿਆਂ ਵਾਲੇ ਲੋਕ ਉਸ ਅਸਥਾਨ ਵੱਲ ਨੂੰ ਤੁਰ ਪਏ ਕਿ ਆਓ ਸਾਰੇ ਰਲ ਮਿਲ ਕੇ ਚੱਲਦੇ ਹਾਂ, ਪਤਾ ਤਾਂ ਲੱਗੇ ਕਿ ਹੁਣ ਤੱਕ ਜਿਹੜੇ ਦਾਨ ਪੁੰਨ ਕੀਤੇ ਨੇ, ਧਰਮ ਦੇ ਕੰਮ ਕੀਤੇ ਨੇ, ਉਹਨਾਂ ਦੇ ਨਾਲ ਪਰਮਾਤਮਾ ਖੁਸ਼ ਹੋਇਆ ਕਿ ਨਹੀਂ ਹੋਇਆ। ਹੁਣ ਜਿਹੜੇ ਉਸ ਅਸਥਾਨ ਦੇ ਪੁਜਾਰੀ ਸਨ, ਪ੍ਰਚਾਰਕ ਲੋਕ ਸਨ, ਉਹਨਾਂ ਲਈ ਨਵੀਂ ਵਿਪਤਾ ਖੜੀ ਹੋ ਗਈ। ਪਹਿਲਾਂ ਤਾਂ ਸਿਰਫ ਸਧਾਰਨ ਲੋਕ ਉੱਥੇ ਆਉਂਦੇ ਸਨ, ਹੁਣ ਤਾਂ ਵੱਡੇ ਵੱਡੇ ਅਹੁਦਿਆਂ ਵਾਲੇ ਰਾਜੇ ਮਹਾਰਾਜੇ ਵੀ ਉੱਧਰ ਨੂੰ ਤੁਰ ਪਏ। ਇੱਕ ਨੇ ਸਲਾਹ ਦਿੱਤੀ ਕਿ ਕੋਈ ਨਹੀਂ, ਥੋੜੇ ਦਿਨਾਂ ਦੀ ਗੱਲ ਹੈ, ਜਿਹੜਾ ਕੋਈ ਆਉਂਦਾ ਹੈ ਆਉਣ ਦਿਓ, ਇੱਕ ਵਾਰ ਪਰਖ ਕਰ ਲੈਣ ਦਿਓ ਭਾਈ। ਜੇ ਆਪਣੇ ਕੋਲੇ ਕੋਈ ਖਾਸ ਚੀਜ਼ ਆਈ ਹੈ, ਕੋਈ ਅਸਧਾਰਨ ਚੀਜ਼ ਆਈ ਹੈ, ਤੇ ਪੂਰਾ ਹੱਕ ਹੈ ਲੋਕਾਂ ਨੂੰ ਇਸ ਤੇ ਅਜਮਾਇਸ਼ ਕਰਨ ਦਾ, ਇਸ ਨੂੰ ਪਰਖਣ ਦਾ, ਆਪਣੇ ਆਪ ਨੂੰ ਪਰਖਣ ਦਾ। ਚਲੋ ਇਹ ਸਿਲਸਿਲਾ ਕਈ ਦਿਨ ਚੱਲਦਾ ਰਿਹਾ। ਇੱਕ ਦਿਨ ਇੱਕ ਨੇੜਲੇ ਨਗਰ ਦੇ ਇੱਕ ਮਿਹਨਤੀ ਕਿਸਾਨ ਨੂੰ ਵੀ ਇਸ ਬਾਰੇ ਪਤਾ ਲੱਗਿਆ। ਉਸਨੇ ਆਪਣੀ ਘਰਵਾਲੀ ਦੇ ਕੋਲ ਚਰਚਾ ਕੀਤੀ। ਉਸਦੀ ਘਰਵਾਲੀ ਕਹਿੰਦੀ ਹੈ ਕਿ ਤੁਸੀਂ ਵੀ ਜ਼ਰੂਰ ਜਾਓ, ਇੰਨੀ ਮਿਹਨਤ ਕਰਦੇ ਹੋ, ਤੁਸੀਂ ਵੀ ਭਲੇ ਦੇ ਕੰਮ ਤਾਂ ਕਰਦੇ ਹੋ, ਚਲੋ ਲੋਕਾਂ ਨੂੰ ਨਹੀਂ ਪਤਾ, ਤੁਹਾਨੂੰ ਵੀ ਇੱਕ ਵਾਰ ਜਾਣਾ ਚਾਹੀਦਾ। ਉਹ ਅੱਗੋਂ ਕਿਸਾਨ ਉੱਤਰ ਦਿੰਦਾ ਕਿ ਮੈਨੂੰ ਜਰਾ ਵੀ ਦਿਲਚਸਪੀ ਨਹੀਂ। ਹਾਂ, ਮੈਂ ਪਰਮਾਤਮਾ ਦੇ ਘਰ ਜਾ ਕੇ ਨਤਮਸਤਕ ਜ਼ਰੂਰ ਹੋ ਆਉਣਾ, ਪਰ ਮੈਨੂੰ ਇਹ ਜਾਣਨ ਦੇ ਵਿੱਚ ਦਿਲਚਸਪੀ ਨਹੀਂ ਕਿ ਪਰਮਾਤਮਾ ਮੈਨੂੰ ਪਿਆਰ ਕਰਦਾ ਕਿ ਨਹੀਂ ਕਰਦਾ। ਪਰਮਾਤਮਾ ਦੇ ਦੱਸੇ ਹੋਏ ਮਾਰਗ ਤੇ ਮੈਂ ਚੱਲਣ ਦੀ ਪੂਰੀ ਕੋਸ਼ਿਸ਼ ਕਰਦਾ, ਤੇ ਮੈਂ ਬਿਲਕੁਲ ਨਹੀਂ ਜਾਣਨਾ ਚਾਹੁੰਦਾ ਇਸ ਬਾਰੇ, ਕਿਉਂਕਿ ਜੇ ਉਹ ਪੱਤੇ ਦੇ ਵਿੱਚ ਕੋਈ ਰੌਸ਼ਨੀ ਨਾ ਪੈਦਾ ਹੋਈ ਤੇ ਮੇਰਾ ਦਿਲ ਟੁੱਟ ਜਾਵੇਗਾ। ਤੇ ਵੈਸੇ ਵੀ ਮੈਂ ਪਰਮਾਤਮਾ ਦੇ ਨਾਮ ਤੇ ਇਨਸਾਨੀਅਤ ਦਾ ਭਲਾ ਕਰਦਾ ਹਾਂ। ਮੈਂ ਇਹਦੇ ਬਦਲੇ ਕੋਈ ਖਾਸ ਕਿਸਮ ਦਾ ਨਾਮ ਨਹੀਂ ਚਾਹੁੰਦਾ। ਮੈਂ ਇਸ ਜਹਾਨ ਦੇ ਵਿੱਚ ਆਪਣੇ ਆਪ ਨੂੰ ਮਸ਼ਹੂਰ ਨਹੀਂ ਹੋਣਾ ਚਾਹੁੰਦਾ, ਬਸ ਪਰਮਾਤਮਾ ਦੇ ਦਿੱਤੇ ਹੋਏ ਸੰਦੇਸ਼ ਤੇ ਚੱਲਣਾ ਚਾਹੁੰਦਾ ਹਾਂ। ਉਸ ਦੀ ਘਰਵਾਲੀ ਨੇ ਉਸ ਨੂੰ ਜ਼ੋਰ ਲਾਇਆ ਕਿ ਜਾਓ, ਠੀਕ ਹੈ, ਤੁਸੀਂ ਆਪਣੇ ਲਈ ਨਹੀਂ, ਮੇਰੇ ਲਈ ਤੁਸੀਂ ਜਾ ਕੇ ਇੱਕ ਵਾਰੀ ਹੱਥ ਲਾ ਕੇ ਦੇਖਿਓ। ਤੇ ਉਹ ਅੱਗੋਂ ਤੋੜ ਕੇ ਜਵਾਬ ਦਿੰਦਾ ਹੈ ਕਿ ਨਹੀਂ, ਜਾਊਂਗਾ ਜ਼ਰੂਰ, ਨਤਮਸਤਕ ਵੀ ਜ਼ਰੂਰ ਹੋਊਂਗਾ, ਪਰ ਮੈਂ ਹੱਥ ਲਾ ਕੇ ਨਹੀਂ ਦੇਖਣਾ। ਕਹਿੰਦੀ ਠੀਕ ਹੈ।
ਜਦੋਂ ਜਾ ਰਿਹਾ ਹੁੰਦਾ ਹੈ, ਬਹੁਤ ਕਰੀਬ ਆ ਜਾਂਦਾ ਹੈ ਉਸ ਧਾਰਮਿਕ ਅਸਥਾਨ ਦੇ, ਉੱਥੇ ਜਾ ਕੇ ਦੇਖਦਾ ਹੈ ਕਿ ਇੱਕ ਕੁੱਤਾ ਝਾੜੀਆਂ ਦੇ ਵਿੱਚ ਪਿਆ ਚੀਕ ਰਿਹਾ ਹੁੰਦਾ ਹੈ, ਚੂਕ ਰਿਹਾ ਹੁੰਦਾ ਹੈ, ਜਿਵੇਂ ਉਹਦੇ ਨਾਲ ਕੋਈ ਹਾਦਸਾ ਵਾਪਰਿਆ ਹੋਵੇ। ਅੱਗੇ ਨੂੰ ਹੋ ਕੇ ਦੇਖਦਾ ਹੈ ਤੇ ਵਾਕਏ ਦੇ ਵਿੱਚ ਹੀ ਉਹਦੀਆਂ ਲੱਤਾਂ ਦੇ ਉੱਤੇ ਬਹੁਤ ਗਹਿਰੇ ਜ਼ਖਮ ਹੁੰਦੇ ਨੇ। ਜਿਹੜਾ ਕੁਛ ਉਹ ਆਪਣੇ ਨਾਲ ਲੈ ਕੇ ਆਇਆ ਹੁੰਦਾ ਹੈ, ਜਿਵੇਂ ਰੋਟੀ, ਕਿਉਂਕਿ ਉਸਨੂੰ ਪਤਾ ਸੀ ਕਿ ਮੈਨੂੰ ਰਾਤ ਵੀ ਲੱਗ ਸਕਦੀ ਹੈ, ਉੱਥੇ ਬਹੁਤ ਸਾਰੇ ਲੋਕ ਆਏ ਹੋਣਗੇ ਤੇ ਮੈਨੂੰ ਰਾਤ ਰਹਿਣਾ ਪੈ ਸਕਦਾ ਹੈ, ਤੇ ਉਸ ਅਸਥਾਨ ਤੇ ਪ੍ਰਬੰਧ ਘੱਟ ਹੋਣ ਕਰਕੇ ਉਹ ਰੋਟੀ ਆਪਣੇ ਘਰੋਂ ਲੈ ਕੇ ਆਇਆ। ਗਰਮ ਕੱਪੜਾ ਵੀ ਲੈ ਕੇ ਆਇਆ ਸੀ ਇੱਕ। ਉਸਨੇ ਉਹ ਸਾਰਾ ਕੁਝ ਇੱਕ ਸਾਈਡ ਤੇ ਰੱਖ ਦਿੱਤਾ, ਇੱਕ ਪਾਸੇ ਕਰਕੇ ਰੱਖ ਦਿੱਤਾ, ਤੇ ਦੇਖਣ ਲੱਗਿਆ ਕਿ ਕੁੱਤੇ ਦੀ ਅਸਲ ਸਮੱਸਿਆ ਕੀ ਹੈ। ਉਹ ਦੇਖਦਾ ਹੈ ਕਿ ਉਸ ਦੇ ਉੱਪਰ ਕੁਝ ਵੱਜਾ ਹੋਇਆ, ਡੂੰਘੇ ਜ਼ਖਮ ਨੇ। ਉਹ ਉੱਥੋਂ ਹੀ ਨਿੰਮ ਦੇ ਪੱਤੇ ਲੈ ਕੇ ਉਹਨਾਂ ਨੂੰ ਕੁੱਟ ਕੇ ਉਹਨਾਂ ਦੇ ਵਿੱਚ ਪਾਣੀ ਰਲਾ ਕੇ ਇੱਕ ਕਿਸਮ ਦੀ ਦਵਾ ਬਣਾ ਲੈਂਦਾ ਹੈ, ਕੁੱਤੇ ਦੇ ਜ਼ਖਮਾਂ ਤੇ ਲਾਉਂਦਾ ਹੈ। ਫਿਰ ਜਿਹੜਾ ਕੱਪੜਾ ਉਹਦੇ ਕੋਲ ਸੀ ਉਹਦੇ ਨਾਲੋਂ ਪਤਲੀ ਇੱਕ ਲੀਰ ਪਾੜ ਕੇ ਉਸ ਦੇ ਜ਼ਖਮਾਂ ਨੂੰ ਬੰਨ੍ਹ ਦਿੰਦਾ ਹੈ। ਉਸ ਤੋਂ ਬਾਅਦ ਦੇਖਦਾ ਹੈ, ਕਿਉਂਕਿ ਉਹ ਠੰਡ ਦਾ ਮੌਸਮ ਸੀ ਤਾਂ ਇਸ ਨੂੰ ਗਰਮੀ ਦੀ ਵੀ ਜ਼ਰੂਰਤ ਹੈ। ਉਹ ਥੋੜ੍ਹੀ ਪਰਾਲੀ ਇਕੱਠੀ ਕਰਕੇ ਇੱਕ ਸਾਈਡ ਤੇ ਬੈਠਣ ਦੀ, ਲੰਮੇ ਪੈਣ ਦੀ ਥਾਂ ਬਣਾ ਦਿੰਦਾ ਹੈ, ਤੇ ਜਿਹੜਾ ਗਰਮ ਕੱਪੜਾ ਉਹ ਆਪਣੇ ਨਾਲ ਲੈ ਕੇ ਆਇਆ ਸੀ ਉਹ ਅੱਧਾ ਪਾੜ ਕੇ ਉਸ ਕੁੱਤੇ ਦੇ ਉੱਤੇ ਦੇ ਦਿੰਦਾ ਹੈ। ਜਦੋਂ ਉਹ ਇਹ ਸਾਰਾ ਕੁਝ ਕਰਕੇ ਫਾਰਗ ਹੋ ਰਿਹਾ ਸੀ ਤਾਂ ਦੇਖਦਾ ਹੈ ਕਿ ਉਹਦੇ ਨਗਰ ਦਾ ਇੱਕ ਹੋਰ ਉਹਦਾ ਜਾਣੂ ਉੱਥੋਂ ਦੀ ਲੰਘ ਰਿਹਾ ਸੀ। ਉਸਨੇ ਉਹਨੂੰ ਦੇਖ ਕੇ ਆਵਾਜ਼ ਮਾਰੀ ਕਿ ਭਾਈ, ਝਾੜੀਆਂ ਵਾਲੇ ਪਾਸੇ ਕੀ ਕਰ ਰਿਹਾ ਹੈ? ਮੈਂ ਤੇ ਸੁਣਿਆ ਸੀ ਤੂੰ ਇੱਥੇ ਨਤਮਸਤਕ ਹੋਣ ਆਇਆ। ਉਹ ਕਹਿੰਦਾ, ਹਾਂ, ਪਰ ਮੈਨੂੰ ਇੱਕ ਬੇਜ਼ਬਾਨ ਦਿਸ ਗਿਆ ਸੀ, ਮੈਂ ਉਹਦੀ ਮਦਦ ਕਰ ਰਿਹਾ ਸੀ। ਕਹਿੰਦਾ, ਠੀਕ ਹੈ, ਅੱਜ ਆਪਾਂ ਵੀ ਉਸ ਕਤਾਰ ਦੇ ਵਿੱਚ ਲੱਗਦੇ ਹਾਂ। ਉਹ ਕਹਿੰਦਾ, ਨਹੀਂ, ਆਪਾਂ ਤਾਂ ਬਾਹਰੋਂ ਨਤਮਸਤਕ ਹੋ ਕੇ ਘਰ ਨੂੰ ਚੱਲਦੇ ਹਾਂ, ਮੈਨੂੰ ਪਹਿਲਾਂ ਹੀ ਬਹੁਤ ਦੇਰੀ ਹੋ ਗਈ। ਪਰ ਉਸਦੇ ਜਾਣੂ ਨੇ ਉਸ ਨਾਲ ਧੱਕਾ ਕੀਤਾ। ਕਹਿੰਦਾ, ਨਹੀਂ, ਇਕੱਠੇ ਚੱਲਾਂਗੇ, ਗੱਲਾਂ ਬਾਤਾਂ ਮਾਰਦੇ ਜਾਵਾਂਗੇ, ਮੇਰੇ ਨਾਲ ਥੋੜਾ ਟਾਈਮ ਅਟਕ ਜਾ, ਹੁਣ ਤਾਂ ਕਤਾਰ ਵੀ ਇੰਨੀ ਲੰਮੀ ਨਹੀਂ ਰਹਿ ਗਈ। ਚਲੋ, ਉਸ ਦੀ ਗੱਲ ਮੰਨ ਕੇ ਉਸ ਪਾਸੇ ਨੂੰ ਚੱਲ ਪਿਆ, ਕਤਾਰ ਦੇ ਵਿੱਚ ਖੜਾ ਹੋ ਗਿਆ। ਉਹ ਜਿੱਥੇ ਖੜਾ ਹੋਇਆ ਸੀ ਉਸ ਤੋਂ ਪਿੱਛੇ ਵਾਲਾ ਉਸ ਤੋਂ ਨਫ਼ਰਤ ਮੰਨ ਰਿਹਾ ਸੀ ਕਿ ਇਹ ਕੌਣ ਇਨਸਾਨ ਆ ਗਿਆ? ਇਹ ਤਾਂ ਰਾਜੇ ਮਹਾਰਾਜੇ ਇੱਥੇ ਆਏ ਨੇ, ਅਹੁਦਿਆਂ ਵਾਲੇ ਲੋਕ ਇੱਥੇ ਆਏ ਨੇ, ਇਹ ਸਧਾਰਨ ਕੱਪੜਿਆਂ ਵਾਲਾ ਕੌਣ ਆ ਗਿਆ? ਮੈਲੇ ਕਚੈਲੇ ਜੇ ਇਸਨੇ ਕੱਪੜੇ ਪਾਏ ਹੋਏ ਨੇ, ਤੇ ਇਸ ਤਰ੍ਹਾਂ ਵੀ ਪ੍ਰਤੀਤ ਹੁੰਦਾ ਕਿ ਜਿਵੇਂ ਇਹ ਅੱਜ ਨਹਾਤਾ ਹੀ ਨਹੀਂ। ਉਸ ਨੂੰ ਕਹਿ ਰਿਹਾ ਕਿ ਭਾਈ, ਮੇਰੇ ਤੋਂ ਦੂਰੀ ਬਣਾ ਕੇ ਰੱਖ, ਇੰਨੀ ਉਹ ਨਫ਼ਰਤ ਕਰ ਰਿਹਾ। ਚਲੋ, ਹੌਲੀ ਹੌਲੀ ਕਤਾਰ ਜਿਹੜੀ ਹੈ ਖਤਮ ਹੋ ਗਈ। ਉਸ ਮਿਹਨਤੀ ਕਿਸਾਨ ਦੀ ਵਾਰੀ ਆਈ। ਉਸਨੇ ਜਦੋਂ ਉਸ ਪੱਤੇ ਨੂੰ ਹੱਥ ਲਾਇਆ ਤਾਂ ਪੱਤਾ ਬਹੁਤ ਜ਼ਿਆਦਾ ਚਮਕਣ ਲੱਗਾ। ਇਹਨਾਂ ਤਾਂ ਉਹ ਧਾਰਮਿਕ ਪੁਰਸ਼ ਦੇ ਹੱਥ ਵਿੱਚ ਵੀ ਨਹੀਂ ਸੀ ਚਮਕ ਰਿਹਾ। ਇਸ ਪੱਤੇ ਦੀ ਚਮਕ ਕਈ ਗੁਣਾ ਜ਼ਿਆਦਾ ਵੱਧ ਗਈ। ਜਿਹੜੇ ਰਾਜੇ ਮਹਾਰਾਜੇ ਅਹੁਦੇਦਾਰ ਹੁਣੇ ਹੱਥ ਲਾ ਕੇ ਪਾਸੇ ਹੋਏ ਸੀ, ਜਿਨ੍ਹਾਂ ਦੇ ਹੱਥ ਲੱਗਣ ਤੋਂ ਬਾਅਦ ਉਹ ਮਿੱਟੀ ਵਰਗਾ ਹੀ ਰਿਹਾ ਸੀ, ਬੜੇ ਹੈਰਾਨ ਹੋ ਗਏ। ਉਸਨੇ ਧਾਰਮਿਕ ਪੁਰਸ਼ ਨੂੰ ਪੁੱਛਿਆ ਉਹਨਾਂ ਨੇ ਕਿ ਇਸ ਇਨਸਾਨ ਦੇ ਵਿੱਚ ਕੀ ਖਾਸ ਹੈ? ਤਾਂ ਜਿਹੜਾ ਪਿੱਛੇ ਖੜਾ ਉਸਦਾ ਜਾਣੂ ਸੀ ਤਾਂ ਉਸਨੇ ਦੱਸਿਆ ਕਿ ਭਾਈ, ਇਹ ਬੇਜ਼ਬਾਨਾਂ ਦੀ ਮਦਦ ਕਰਦਾ ਹੈ, ਇਹ ਲੋਕਾਂ ਦੀ ਵੀ ਮਦਦ ਕਰਦਾ ਹੈ, ਇਹ ਬਹੁਤ ਸਧਾਰਨ ਪਰਿਵਾਰ ਤੋਂ ਹੈ, ਬਹੁਤੀ ਲੰਮੀ ਚੌੜੀ ਇਹਦੇ ਕੋਲੇ ਪੂੰਜੀ ਨਹੀਂ, ਪਰ ਇਸਨੇ ਫਿਰ ਵੀ ਇਸ ਦੇ ਬਾਵਜੂਦ ਕਦੀ ਇਹ ਨਹੀਂ ਸੋਚਿਆ ਕਿ ਮੈਂ ਜਿਹੜਾ ਪੈਸਾ ਮੇਰੇ ਕੋਲੇ ਬਚਦਾ ਹੈ ਉਸ ਨੂੰ ਮੈਂ ਗੰਢ ਮਾਰ ਕੇ ਕੋਲ ਰੱਖ ਲਵਾਂ, ਬਚਾ ਕੇ ਰੱਖ ਲਵਾਂ, ਭਵਿੱਖ ਲਈ ਰੱਖ ਲਵਾਂ। ਇਹ ਹਮੇਸ਼ਾ ਲੋੜਵੰਦ ਦੇ ਉੱਤੇ, ਕਿਸੇ ਜ਼ਰੂਰਤਮੰਦ ਦੇ ਉੱਤੇ ਖਰਚ ਕਰ ਦਿੰਦਾ ਹੈ, ਤੇ ਬੇਜ਼ਬਾਨਾਂ ਦਾ ਦੁੱਖ ਇਸ ਤੋਂ ਹਰਗਿਜ਼ ਸਹਾਰਿਆ ਨਹੀਂ ਜਾਂਦਾ। ਅਤੇ ਸਭ ਤੋਂ ਮਹੱਤਵਪੂਰਨ ਗੱਲ, ਜੇ ਇਹ ਕਦੇ ਕਿਸੇ ਦੀ ਮਦਦ ਕਰਦਾ ਹੈ, ਉਸ ਦਾ ਪ੍ਰਚਾਰ ਨਹੀਂ ਕਰਦਾ, ਆਪਣੀ ਮਸ਼ਹੂਰੀ ਲਈ ਉਸ ਚੀਜ਼ ਨੂੰ ਨਹੀਂ ਵਰਤਦਾ। ਇਹ ਕਿਸੇ ਨੂੰ ਨਹੀਂ ਦੱਸਦਾ ਕਿ ਮੈਂ ਕਿਸੇ ਦੀ ਮਦਦ ਕੀਤੀ ਹੈ ਕਿ ਨਹੀਂ, ਇਹ ਕਿਸੇ ਨੂੰ ਨਹੀਂ ਦੱਸਦਾ ਕਿ ਮੈਂ ਦਾਨ ਕੀਤਾ ਹੈ ਕਿ ਨਹੀਂ। ਰਾਜੇ ਮਹਾਰਾਜੇ ਜਦੋਂ ਇਹ ਗੱਲ ਸੁਣਦੇ ਨੇ, ਆਪਣੇ ਆਪ ਦੇ ਵਿੱਚ ਸ਼ਰਮਿੰਦਾ ਮਹਿਸੂਸ ਕਰਦੇ ਨੇ। ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਕਿਸੇ ਵਹਿਮ ਭਰਮ ਦੇ ਵਿੱਚ ਨਹੀਂ ਪਾਉਣਾ ਚਾਹੁੰਦਾ। ਉਸਨੇ ਇਹ ਕਹਾਣੀ ਲਿਖੀ ਹੈ ਇੱਕ ਕਾਰਨ ਕਰਕੇ। ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਜਦੋਂ ਦਾਨ ਪੁੰਨ ਕਰਦੇ ਹਾਂ ਨਾ, ਸਾਡੇ ਅੰਦਰ ਇੱਕ ਛੁਪੀ ਹੋਈ ਭਾਵਨਾ ਹੁੰਦੀ ਹੈ। ਉਹ ਇਹ ਕਿ ਲੋਕਾਂ ਨੂੰ ਪਤਾ ਲੱਗੇ ਮੈਂ ਦਾਨੀ ਹਾਂ, ਲੋਕਾਂ ਨੂੰ ਪਤਾ ਲੱਗੇ ਕਿ ਮੈਂ ਪੁੰਨ ਕਰਦਾ ਹਾਂ, ਲੋਕਾਂ ਨੂੰ ਪਤਾ ਲੱਗੇ ਕਿ ਮੈਂ ਕਿਸੇ ਦੀ ਮਦਦ ਕਰਦਾ ਹਾਂ। ਤੇ ਉਹਨਾਂ ਚਿਰ ਇਹ ਦਾਨ, ਇਹ ਪੁੰਨ ਕਹਿੰਦੇ ਵਿਅਰਥ ਹੈ, ਜਿੰਨਾ ਚਿਰ ਅਸੀਂ ਇਸ ਭਾਵਨਾ ਨਾਲ ਕਰਦੇ ਰਹਾਂਗੇ। ਸਾਨੂੰ ਹਮੇਸ਼ਾ ਦਾਨ ਪੁੰਨ ਕਰਨਾ ਚਾਹੀਦਾ ਹੈ, ਲੋੜਵੰਦ ਦੀ, ਜ਼ਰੂਰਤਮੰਦ ਦੀ ਮਦਦ ਕਰਨੀ ਚਾਹੀਦੀ ਹੈ, ਪਰ ਕੋਸ਼ਿਸ਼ ਇਹ ਹੋਵੇ ਕਿ ਅਸੀਂ ਮਸ਼ਹੂਰੀ ਤੋਂ ਦੂਰ ਹੋ ਕੇ, ਰੌਲੇ ਰੱਪੇ ਤੋਂ ਦੂਰ ਹੋ ਕੇ ਕਿਸੇ ਦੀ ਮਦਦ ਕਰੀਏ। ਜਦੋਂ ਆਪਾਂ ਕਿਸੇ ਦੀ 5 ਰੁਪਈਆਂ ਦੀ ਮਦਦ ਕਰਦੇ ਹਾਂ ਤੇ 50 ਲੋਕਾਂ ਅੱਗੇ ਰੌਲਾ ਪਾ ਲੈਂਦੇ ਹਾਂ, ਤੇ ਉਹ ਬਿਲਕੁਲ ਵਿਅਰਥ ਹੈ, ਸਗੋਂ ਉਸ ਦੀ ਮਦਦ ਨਹੀਂ, ਉਸ ਦਾ ਉਲਟਾ ਕੋਈ ਨੁਕਸਾਨ ਹੀ ਕਰ ਰਹੇ ਹਾਂ। ਅੱਜ ਦਾ ਜ਼ਮਾਨਾ, ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਤੇ ਇਹ ਬੜਾ ਆਮ ਹੋ ਗਿਆ। ਕੋਈ ਕਿਸੇ ਨੂੰ 2 ਰੁਪਈਆਂ ਦੀ ਚੀਜ਼ ਦੇ ਕੇ ਇੱਕ ਫੋਟੋ ਖਿੱਚ ਲੈਂਦਾ, ਫੋਟੋ ਨੂੰ ਵੱਖ-ਵੱਖ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰਚਾਰਦਾ ਕਿ ਦੇਖੋ ਮੈਂ ਕਿੱਡਾ ਵੱਡਾ ਦਾਨੀ ਹਾਂ। ਇਹ ਸਰਾਸਰ ਗਲਤ ਹੈ। ਜਿਹੜਾ ਕੋਈ ਬੰਦਾ ਸਾਹਮਣੇ ਤੋਂ ਦਾਨ ਫੜ ਰਿਹਾ, ਉਸ ਦੀ ਮਜਬੂਰੀ ਹੈ, ਉਹ ਤੁਹਾਨੂੰ ਕਹਿ ਨਹੀਂ ਸਕਦਾ,
ਪਰ ਉਹ ਇਹ ਨਹੀਂ ਚਾਹੁੰਦਾ ਕਿ ਉਸ ਨੂੰ ਥਾਂ ਥਾਂ ਤੁਸੀਂ ਇਸ ਤਰੀਕੇ ਨਾਲ ਇੱਕ ਚੀਜ਼ ਬਣਾ ਕੇ ਪ੍ਰਚਾਰੋ। ਸਾਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਸਾਨੂੰ ਦਾਨ ਦਾ ਕਨਸੈਪਟ ਜਿਹੜਾ ਮਿਲਿਆ ਹੈ ਨਾ, ਵੰਡ ਕੇ ਛਕਣ ਦਾ, ਉਹ ਇਸ ਲਈ ਨਹੀਂ ਮਿਲਿਆ ਕਿ ਅਸੀਂ ਆਪਣੀ ਮਸ਼ਹੂਰੀ ਲਈ ਵਰਤੀਏ। ਉਹ ਇਸ ਲਈ ਮਿਲਿਆ ਕਿ ਸਾਰੀ ਇਨਸਾਨੀਅਤ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ, ਜਿਹੜਾ ਪਦਾਰਥ ਹੈ, ਉਸ ਦੀ ਤਕਸੀਮ ਬਰਾਬਰ ਹੋਵੇ। ਜੇ ਪ੍ਰਮਾਤਮਾ ਨੂੰ ਕਿਸੇ ਨੇ ਵੱਧ ਸ਼ਿਆਂ ਦੇ ਨਾਲ ਨਵਾਜਿਆ ਤੇ ਉਹ ਆਪਣੇ ਵੱਧ ਵਾਲੇ ਹਿੱਸੇ ਦੇ ਵਿੱਚੋਂ 2-4 ਲੋੜਵੰਦਾਂ ਦੀ ਜਾਂ ਜਿੰਨਿਆਂ ਦੀ ਮਦਦ ਕਰ ਸਕਦਾ ਉਹ ਕਰੇ, ਪਰ ਕਰੇ ਗੁਪਤ ਤਰੀਕੇ ਦੇ ਨਾਲ, ਸਧਾਰਨ ਤਰੀਕੇ ਦੇ ਨਾਲ। ਇਹ ਨਹੀਂ ਕਿ ਉਸ ਨੂੰ ਇੱਕ ਪ੍ਰੋਗਰਾਮ ਬਣਾ ਕੇ, ਇੱਕ ਈਵੈਂਟ ਬਣਾ ਕੇ ਪੇਸ਼ ਕੀਤਾ ਜਾਵੇ। ਬਹੁਤ ਹੀ ਸਰਲ ਤਰੀਕੇ ਦੇ ਨਾਲ ਕਿਸੇ ਦੀ ਮਦਦ ਕਰੋ। ਪ੍ਰਮਾਤਮਾ ਉਸ ਮਦਦ 'ਤੇ ਹੀ ਖੁਸ਼ ਹੁੰਦਾ ਹੈ। ਅਤੇ ਜਦੋਂ ਆਪਾਂ ਆਪਣੇ ਫਾਇਦੇ ਲਈ ਉਸ ਮਦਦ ਨੂੰ ਵਰਤਦੇ ਹਾਂ ਤਾਂ ਉਹ ਹਰਗਿਜ਼ ਕਿਸੇ ਦਾ ਫਾਇਦਾ ਨਹੀਂ ਕਰ ਰਿਹਾ, ਉਲਟਾ ਸਾਡਾ ਨੁਕਸਾਨ ਕਰੇਗਾ ਭਵਿੱਖ ਦੇ ਵਿੱਚ।